ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਿਖਤ ਨੰਬਰ 30 ਗਿਆਨੀ ਜਸਵਿੰਦਰ ਸਿੰਘ ਮਰੜ ਨਿਵਾਸੀ ਗੁਰਦਾਸਪੁਰ ਦੀ ਹੈ, ਜੋ ਨਵੀਂ ਪੀੜ੍ਹੀ ਵਿੱਚੋਂ ਇੱਕ ਬਹੁਤ ਸੁਲਝੇ ਹੋਏ ਵਿਦਵਾਨ ਕਥਾਵਾਚਕ ਹਨ। ਲਿਖਤ ਦਾ ਨਾਮ ਹੈ ਗੁਰਮਤਿ ਦੇ ਸ਼੍ਰੋਮਣੀ ਅਨੁਭਵੀ ਪ੍ਰਚਾਰਕ ਮਸਕੀਨ ਜੀ। ਆਪ ਜੀ ਲਿਖਦੇ ਹਨ, ਇੱਕ ਪੰਥਕ ਵਿਦਵਾਨ ਦੇ ਕਹਿਣ ਮੁਤਾਬਕ ਮਸਕੀਨ ਜੀ ਤੋਂ ਬਾਅਦ ਸਿੱਖ ਕਥਾ ਦੇ ਖੇਤਰ 'ਚ ਖਲਾਅ ਪੈਦਾ ਹੋ ਗਿਆ ਹੈ। ਪੰਥ ਰਤਨ ਪ੍ਰਸਿੱਧ ਵਿਆਖਿਆਕਾਰ ਗਿਆਨੀ ਸੰਤ ਸਿੰਘ ਜੀ ਮਸਕੀਨ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਉਪਰੋਕਤ ਕਥਨ ਦੀ ਗਹਿਰੀ ਵਿਚਾਰ ਵਿਸ਼ਲੇਸ਼ਣ ਵੱਲ ਜਾਈਏ ਤਾਂ ਇਹ ਕਥਨ ਬਿਲਕੁਲ ਸਟੀਕ ਸਾਬਤ ਹੁੰਦਾ ਹੈ। ਸਿੱਖ ਪੰਥ 'ਚ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਭਾਈ ਮਨੀ ਸਿੰਘ ਜੀ ਸਿਰਮੌਰ ਵਿਆਖਿਆਕਾਰਾਂ ਦੀ ਪਰੰਪਰਾ ਦੇ ਅੰਤਰਗਤ 20ਵੀਂ ਸਦੀ ਦੇ ਅੱਧ ਤੋਂ ਸਿੱਖ ਵਿਆਖਿਆ ਦੀ ਸਮਰਪਿਤ ਰੂਪ 'ਚ ਆਜੀਵਨ ਭਰ ਸੇਵਾ ਕਰਨੀ ਮਸਕੀਨ ਜੀ ਦੇ ਜੀਵਨ ਦਾ ਸਭ ਤੋਂ ਵੱਡਾ ਗੁਣ ਹੈ। ਉਹਨਾਂ ਦਾ ਪ੍ਰਚਾਰ ਦੇ ਖੇਤਰ ਵੱਲ ਜੀਵਨ ਮੁੜ ਜਾਣਾ ਬੜਾ ਰਹੱਸਮਈ ਤੇ ਕਿਸੇ ਗਹਿਰੀ ਅਧਿਆਤਮ ਦੀ ਤਲਾਸ਼ ਵੱਲ ਇਸ਼ਾਰਾ ਕਰਦਾ ਹੈ। ਆਪਣੀ ਅਧਿਆਤਮਿਕ ਤਲਾਸ਼ ਤੇ ਸ਼ੁੱਧ ਧਾਰਮਿਕ ਰੁਚੀ ਵਾਲੇ ਜੀਵਨ ਕਾਰਨ ਉਹਨਾਂ ਦੀ ਜ਼ਿੰਦਗੀ ਭਰ ਅਡੋਲਤਾ, ਸਮਰਪਣ ਤੇ ਵਿਸ਼ਵਾਸ ਬਣਿਆ ਰਿਹਾ। ਇਸ ਉਪਰੰਤ ਨਿਰਮਲੇ ਸੰਤ ਵਿਦਵਾਨਾਂ ਦੀ ਸੰਗਤ ਕਾਰਨ ਉਹਨਾਂ ਦਾ ਜੀਵਨ ਇੱਕ ਨਿਸ਼ਚਿਤਤਾ 'ਚ ਬੱਝ ਗਿਆਨਮਈ ਘਾਲਣਾ, ਭਗਤੀ ਭਾਵ ਤੇ ਸੇਵਾ ਸਾਧਨਾ ਨਾਲ ਇੱਕ ਗੁਰਮੁਖ ਪ੍ਰਚਾਰਕ ਦੀ ਘਾੜਤ ਗ੍ਰਹਿਣ ਕਰ ਗਿਆ ਤੇ ਉਹ ਪੰਥ ਦੇ ਕਥਾਕਾਰ ਬਣ ਦਿਨ ਰਾਤ ਗੁਰਸ਼ਬਦ ਦੀ ਸੇਵਾ ਨਿਭਾਉਣ ਲੱਗੇ। ਮਸਕੀਨ ਜੀ ਦੀ ਗਿਆਨਮਈ ਅਭਿਆਸ ਤੇ ਪ੍ਰਤਿਭਾ ਦਾ ਜ਼ਿਕਰ ਕਰੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ, ਸ੍ਰੀ ਸੂਰਜ ਪ੍ਰਤਾਪ ਗ੍ਰੰਥ ਸਮੇਤ ਵੇਦਾਂਤਕ ਰਚਨਾਵਾਂ, ਭਾਵਰਸ ਅੰਮ੍ਰਿਤ, ਸਾਰ ਕੁਤਾਵਲੀ ਸਮੇਤ ਭਰਥਰੀ ਹਰੀ ਦੇ ਸ਼ਤਕਾਂ ਦਾ ਗੂੜ ਅਧਿਐਨ ਤੇ ਮਿਥਿਹਾਸਕ ਰਚਨਾਵਾਂ ਬਾਰੇ ਪਰਪੱਕ ਜਾਣਕਾਰੀ ਸੀ। ਵਿਸ਼ਵ ਧਰਮ ਅਧਿਐਨ ਵਜੋਂ ਉਹ ਹਿੰਦੂ, ਇਸਲਾਮ, ਈਸਾਈਅਤ, ਪਾਰਸੀ ਸਮੇਤ ਯੋਗ ਆਦਿਕ ਪੰਥਾਂ ਉੱਪਰ ਕਮਾਲ ਦੀ ਜਾਣਕਾਰੀ ਰੱਖਦੇ ਸਨ। ਸਿੱਖ ਧਰਮ ਅੰਦਰਲੇ ਪੰਥਾਂ, ਉਦਾਸੀ, ਨਿਰਮਲਿਆਂ, ਸੇਵਾ ਪੰਥੀਆਂ ਦੀ ਭਰਪੂਰ ਵਾਕਫੀਅਤ ਸੀ। ਪ੍ਰਬੀਣ ਵਿਆਖਿਆਕਾਰ ਹੋਣ ਦੇ ਨਾਤੇ ਪੰਜਾਬੀ ਸਮੇਤ ਸੰਸਕ੍ਰਿਤ, ਬ੍ਰਜ, ਹਿੰਦੀ, ਉਰਦੂ, ਫਾਰਸੀ ਸਮੇਤ ਕਈ ਉਪਭਾਸ਼ਾਵਾਂ 'ਚ ਵੀ ਮੁਹਾਰਤ ਪ੍ਰਾਪਤ ਸੀ। ਇਸ ਭਾਸ਼ਾਈ ਗੁਣ ਕਰਕੇ ਉਹਨਾਂ ਦੀ ਗਿਆਨਮਈ ਪ੍ਰਤਿਭਾ ਬੜੀ ਵਿਸ਼ਾਲ ਤੇ ਬਹੁਪੱਖੀ ਸੀ। ਵਿਆਖਿਆਕਾਰ ਵਜੋਂ ਉਹ ਕਵਿਤਾ ਦੇ ਰਸੀਏ ਤੇ ਕਾਵਮਈ ਹਿਰਦੇ ਦੇ ਮਾਲਕ ਸਨ। ਗੁਰਬਾਣੀ ਦੇ ਕੁੱਲ ਕਾਵ ਰੂਪਾਂ ਤੇ ਕਾਵ ਸ਼ੈਲੀਆਂ ਦਾ ਪੂਰਨ ਗਿਆਨ ਸੀ। ਕਵਿਤਾ ਦੇ ਰਸਕ ਤੇ ਚੰਗੇ ਜਾਣਕਾਰ ਤੇ ਪਾਠਕ ਹੋਣ ਕਰਕੇ ਭਾਈ ਨੰਦ ਲਾਲ, ਸਵਾਮੀ ਤੁਲਸੀਦਾਸ, ਡਾਕਟਰ ਇਕਬਾਲ, ਮਿਰਜ਼ਾ ਗਾਲਬ, ਜ਼ੌਕ ਸਮੇਤ ਅਨੇਕ ਕਵੀਆਂ ਦੇ ਸ਼ੇਅਰ ਦੁਹਰਾਉਂਦੇ ਸਨ, ਜੋ ਉਹਨਾਂ ਦੀ ਮਨੋਹਰ ਕਥਨੀ ਦਾ ਵਿਸ਼ੇਸ਼ ਗੁਣ ਸੀ। ਉਹ ਖੁਦ ਵੀ ਰਬਾਈ ਰਚਨਾ ਕਰਦੇ ਰਹੇ ਸਨ। ਬਿਰਤਾਂਤਕ ਅਭਿਆਸ ਇੰਨਾ ਅਮੀਰ ਸੀ ਕਿ ਯੂਨਾਨੀ ਵਿਦਵਾਨ ਸੁਕਰਾਤ, ਪਲੈਟੋ ਦੇ ਇਸਲਾਮੀ ਪੱਖੋਂ ਮੌਲਾਨਾ ਰੂਮੀ, ਸ਼ੇਖ ਸ਼ਾਦੀ ਦੇ ਸੂਫੀਵਾਦ 'ਚੋਂ ਮਨਸੂਰ, ਅਤਾਰ, ਸਮਸ਼ ਤਬਰੇਜ਼, ਸਰਮਦ ਦੇ ਮਨੋਵਿਗਿਆਨ ਪੱਖੋਂ ਫਰਾਇਡ ਦੇ ਅਨੇਕਾਂ ਵਾਰ ਹਵਾਲੇ ਆਪਣੀ ਕਥਾ 'ਚ ਦਿਆ ਕਰਦੇ ਸਨ। ਸਭ ਤੋਂ ਖਾਸ ਗੱਲ, ਉਹ ਖੁਦ ਸ਼ਬਦ ਸੁਰਤ ਦੇ ਦ੍ਰਿੜ ਅਭਿਆਸੀ ਸਨ, ਜਿਸ ਕਰਕੇ ਉਹਨਾਂ ਦੇ ਜੀਵਨ ਅਨੁਭਵ ਤੋਂ ਪ੍ਰੇਰਿਤ ਹੋ ਕੇ ਅਨੇਕਾਂ ਜਗਿਆਸੂਆਂ ਨੇ ਧਰਮ ਸਾਧਨਾ ਵੱਲ ਆਪਣਾ ਜੀਵਨ ਮੋੜਿਆ ਤੇ ਉਹ ਮਸਕੀਨ ਜੀ ਨੂੰ ਆਪਣੇ ਅਧਿਆਤਮਿਕ ਜੀਵਨ ਦੇ ਵਿੱਚ ਮਦਦਗਾਰ ਮੰਨਦੇ ਰਹੇ। ਆਪਣੀ ਨਿਰਮਲ ਸ਼ਖਸੀਅਤ, ਸਵੱਛ ਤੇ ਉੱਚ ਖਿਆਲਾਂ, ਵਿਸ਼ਵਾਸੀ ਜੀਵਨ, ਪਾਕ ਕਿਰਦਾਰ ਤੇ ਗੁਰਮੁਖ ਸੁਭਾਅ ਕਰਕੇ ਉਹ ਸਿੱਖ ਪੰਥ ਸਮੇਤ ਦੂਜੇ ਧਰਮਾਂ 'ਚ ਵੀ ਬਰਾਬਰ ਸਤਿਕਾਰ ਪਾਉਂਦੇ ਸਨ ਤੇ ਸਿੱਖੀ ਦਾ ਉਪਦੇਸ਼ ਹਰ ਹਿਰਦੇ ਤੱਕ ਪਹੁੰਚਾਉਂਦੇ ਰਹੇ। ਆਪਣੀ ਸ਼ਖਸੀਅਤ ਕਾਰਨ ਹੀ ਉਹ ਪੰਥ ਦੇ ਸਾਂਝੇ ਤੇ ਪ੍ਰਸਿੱਧ ਕਥਾਕਾਰ ਬਣੇ ਰਹੇ ਸਨ। ਆਪਣੀ ਪੰਥਕ ਘਾਲਣਾ ਤੇ ਸੰਘਰਸ਼ਮਈ ਜੀਵਨ 'ਚੋਂ
ਉਹਨਾਂ 1984 ਤੋਂ ਬਾਅਦ 'ਚ ਹੋਏ 2 ਸਤੰਬਰ ਦੇ ਸਰਬ ਸੰਸਾਰ ਸਿੱਖ ਸੰਮੇਲਨ 'ਚ ਮੋਹਰੀ ਪ੍ਰਚਾਰਕ ਬਣ ਕੇ ਉੱਭਰੇ ਤੇ ਆਪਣੀ ਨਿਰਪੱਖ ਤੇ ਬੇਬਾਕ ਕਹਿਣੀ ਕਰਕੇ ਕਈ ਸਾਲ ਕੇਸ ਭੁਗਤਦੇ ਰਹੇ, ਪਰ ਕਦੇ ਅਹਿਸਾਨ ਵਾਂਗ ਜਤਾਇਆ ਨਹੀਂ। ਆਪਣੇ ਸਾਦੇ ਸੰਜਮੀ ਜੀਵਨ ਤੇ ਨਿਮਰ ਸੁਭਾਅ ਕਾਰਨ ਉਹਨਾਂ ਬਿਨਾਂ ਨਿਸ਼ਚਿਤ ਭੇਟਾ ਤੋਂ ਜੀਵਨ ਭਰ ਕਥਾ ਦੀ ਸੇਵਾ ਨਿਭਾਈ। ਆਪਣੇ ਜੀਵਨ ਸਫ਼ਰ 'ਚ ਉਹਨਾਂ ਕਈ ਗੁਰਸਿੱਖ ਪ੍ਰਚਾਰਕ ਤਿਆਰ ਕੀਤੇ। ਇਹ ਮਸਕੀਨ ਜੀ ਵਰਗੇ ਗੁਰਮੁਖ ਦਾ ਜੀਵਨ ਸੀ ਕਿ ਜੋ ਉਹ 10-15 ਪ੍ਰਚਾਰਕ ਸਿੰਘ ਆਪਣੇ ਨਾਲ ਲੈ ਕੇ ਪ੍ਰਚਾਰ ਦੀ ਸੇਵਾ ਨਿਭਾਉਂਦੇ ਸਨ, ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਮਸਕੀਨ ਜੀ ਨੇ ਕਦੇ ਧੜਾਗਤ ਰੁਚੀ ਵੱਲ ਉਲਾਰੂ ਨਾ ਹੋ ਕੇ ਦਵੈਤਵਸ਼ ਆਪਣੀ ਕਥਾ ਕਰਨੀ ਨੂੰ ਵਿਵਾਦਿਤ ਨਹੀਂ ਬਣ ਦਿੱਤਾ ਤੇ ਉਹ ਸਦਾ ਪੰਥ ਦੇ ਅਦਬ ਤੇ ਚੜ੍ਹਦੀ ਕਲਾ ਲਈ ਯਤਨਸ਼ੀਲ ਰਹੇ। ਸੁਘੜ, ਦੂਰ ਦ੍ਰਿਸ਼ਟ ਤੇ ਵਿਚਾਰਵਾਨ ਦ੍ਰਿਸ਼ਟੀ ਤੋਂ ਉਹਨਾਂ ਕੁਝ ਮੌਲਿਕ ਪੁਸਤਕਾਂ ਦੀ ਰਚਨਾ ਵੀ ਕੀਤੀ। ਮਸਕੀਨ ਜੀ ਨੂੰ ਸਿੱਖ ਪੰਥ ਵੱਲੋਂ ਪੰਥ ਰਤਨ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਵਿਦਿਆ ਮਾਰਤੰਡ ਦੀ ਉਪਾਧੀ ਨਾਲ ਵੀ ਸਨਮਾਨਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਭਾਈ ਗੁਰਦਾਸ ਪੁਰਸਕਾਰ ਵੀ ਭੇਂਟ ਕੀਤਾ ਗਿਆ। ਗੁਰਮਤਿ ਦੀ ਰੋਸ਼ਨੀ ਵੰਡਦੇ ਉਹਨਾਂ ਦੀ ਸਰੀਰਕ ਜੀਵਨ ਅਵਧੀ 18 ਫਰਵਰੀ 2005 ਨੂੰ ਸਮਾਪਤ ਹੋ ਗਈ, ਪਰ ਆਪਣੀ ਕਥਨੀ ਕਰਕੇ ਉਹ ਸਦ ਜੀਵੰਤ ਹਨ। ਮਸਕੀਨ ਜੀ ਤੋਂ ਬਾਅਦ ਉਹਨਾਂ ਵਰਗਾ ਕਥਾਕਾਰ ਪੰਥ ਨੂੰ ਨਸੀਬ ਨਹੀਂ ਹੋਇਆ ਤੇ ਪੰਥ ਹਰ ਕਦਮ ਆਪਸੀ ਤਣਾਵਾਂ ਵੱਲ ਵੱਧਦਾ ਜਾ ਰਿਹਾ ਹੈ। ਸਿੱਖ ਚਿੰਤਕ ਤੇ ਸ਼ਬਦ ਦਾਰਸ਼ਨਿਕ ਪ੍ਰੋਫੈਸਰ ਹਿੰਮਤ ਸਿੰਘ ਵਰਗੀ ਸ਼ਖਸੀਅਤ ਦੁਆਰਾ ਗਿਆਨੀ ਸੰਤ ਸਿੰਘ ਜੀ ਮਸਕੀਨ ਬਾਰੇ ਅਨੁਭਵੀ ਪੱਧਰ ਦਾ ਲਿਖਿਆ ਲੇਖ ਪੜ੍ਹ ਕੇ ਉਹਨਾਂ ਬਾਰੇ ਸਹੀ ਪਤਾ ਲੱਗਦਾ ਹੈ। 16 ਫਰਵਰੀ 2005 ਨੂੰ ਆਪਣੀ ਕਥਾ ਨੂੰ ਇਹਨਾਂ ਸ਼ਬਦਾਂ ਨਾਲ ਸਮਾਪਤ ਕਰਨਾ ਕਿ ਇੰਜ ਕਹਿ ਲਵੋ, ਮੇਰਾ ਸਮਾਂ ਸਮਾਪਤ, ਮੇਰੀ ਕਥਨ ਸ਼ਕਤੀ ਸਮਾਪਤ, ਮੇਰੀ ਬੋਲਣ ਸ਼ਕਤੀ ਦੀ ਸਮਾਪਤੀ ਇਹਨਾਂ 4 ਲਾਵਾਂ ਦੇ ਵਿਚਾਰ ਦੀ ਸਮਾਪਤੀ ਨਹੀਂ ਹੈ। ਇਹ ਸ਼ਬਦ ਸਹੀ ਅਰਥਾਂ ਵਿੱਚ ਉਹਨਾਂ ਨੂੰ ਸੰਤ ਸਿੰਘ ਨਾਮ ਤੋਂ ਸੰਤ ਪਦਵੀ ਉੱਪਰ ਸਥਾਪਿਤ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।